ਕੁਝ ਦਿਨ ਪਹਿਲੇ ਜਦੋਂ ਮੈਂ ਲਾਹੌਰ ਗਿਆ ਤਾਂ ਮੈਨੂੰ ਇਹ ਕਿਤਾਬ ਜਿਹਦਾ ਨਾਮ ਮਿੱਟੀ ਹੈ, ਨੌਤੇਜ ਭਾਰਤੀ ਦੀ ਸ਼ਾਇਰੀ ਦੀ ਮੈਨੂੰ ਮਿਲੀ। ਇਹ ਕਿਤਾਬ ਸਾਡੇ ਦੋਸਤ ਹਫੀਜ਼ ਹੋਰਾਂ ਨੇ ਸੁਲੇਖ ਵੱਲੋਂ ਛਾਪੀ ਤੇ ਇਹਦੀ ਛਾਪਣ ਦਾ ਜਿਹੜਾ ਅਸਲ ਇਹਦੇ ਪਿੱਛੇ ਜਿਹੜਾ ਫਿਲੋਸਫੀ ਸੀ ਇਸ ਕਿਤਾਬ ਨੂੰ ਛਪਾਉਣ ਦੀ, ਉਹ ਦੀਪ ਸਈਦਾ ਦੀ ਸੀ। ਔਰ ਦੀਪ ਸਈਦਾ ਦੀ ਜਿਹੜੀ ਆਰਗੇਨਾਈਜੇਸ਼ਨ ਹੈ ਸੈਂਟਰ ਫॉर ਪੀਸ ਐਂਡ ਸੈਕੂਲਰ ਸਟੱਡੀਜ਼, ਉਹਦੇ ਤਹਿਤ ਇਹ ਕਿਤਾਬ ਛਾਪੀ ਗਈ ਤਾਂ ਕਿ ਪੰਜਾਬ ਦੇ ਦੋਹਾਂ ਪੰਜਾਬਾਂ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਸਾਡੇ ਸੂਝਵਾਨ ਤੇ ਸ਼ਾਇਰ ਤੇ ਲੇਖਕ ਨੇ ਉਹ ਸਾਹਮਣੇ ਆ ਸਕਣ ਤੇ ਉਹ ਉਹਨਾਂ ਦੀ ਸ਼ਾਇਰੀ ਦੇ ਬਾਰੇ 'ਚ ਤੇ ਉਹਨਾਂ ਦੀ ਰਚਨਾਵਾਂ ਦੇ ਬਾਰੇ 'ਚ ਲੋਕ ਜਿਹੜਾ ਉਹਨਾਂ ਨੂੰ ਪਤਾ ਲੱਗ ਸਕੇ ਕਿ ਉੱਥੇ ਕੀ ਲਿਖਿਆ ਜਾ ਰਿਹਾ। ਖਾਸ ਤੌਰ 'ਤੇ ਇਹ ਜਿਹੜੀ ਕਿਤਾਬ ਹੈ ਇਹਦੇ ਵਿੱਚ ਬਹੁਤ ਹੀ ਸੋਹਣੀਆਂ ਨਿੱਕੀਆਂ ਨਿੱਕੀਆਂ ਨਜ਼ਮਾਂ ਨੂੰ, ਜਿਸ ਤਰ੍ਹਾਂ ਪੁੱਟ ਸੇ ਦੀਵਾ ਕਿੱਥੇ ਧਰੀਏ, ਜੋ ਬੀਤ ਗਿਆ ਸੋ ਬੀਤ ਗਿਆ, ਧੰਨਵਾਦ, ਅਰਪਣ। ਔਰ ਖਾਸ ਤੌਰ 'ਤੇ ਅਰਪਣ ਹੀ ਮੈਨੂੰ ਬੜੀ ਚੰਗੀ ਲੱਗੀ ਨਜ਼ਮ, ਮੈਂ ਤੁਹਾਨੂੰ ਵੀ ਸੁਣਾਉਂਦਾ। ਅਰਪਣ, ਪਤਾ ਨਹੀਂ ਉਹਨੇ ਕੀ ਮੰਗਿਆ ਸੀ, ਪਤਾ ਨਹੀਂ ਉਹਨੇ ਕੀ ਮੰਗਿਆ ਸੀ, ਮੈਂ ਆਪਣਾ ਆਪ ਉਹਦੇ ਹੱਥਾਂ 'ਤੇ ਧਰ ਦਿੱਤਾ। ਇੰਝ ਦੀਆਂ ਬਹੁਤ ਸਾਰੀਆਂ ਤੇ ਸੋਹਣੀਆਂ ਨਜ਼ਮਾਂ ਤੇ ਉਹਨਾਂ ਨਜ਼ਮਾਂ ਦੇ ਵਿੱਚ ਜਿਹੜਾ ਖਿਆਲ ਹੈ ਔਰ ਜਿਹੜੀ ਸੋਚ ਹੈ ਉਹ ਬਹੁਤ ਡੂੰਘੀ, ਜਿਸ ਤਰ੍ਹਾਂ ਕਨ ਖਜੂਰਾ ਔਰ ਹੋਰ ਬਹੁਤ ਸਾਰੀ ਫੁੱਲ ਖੇਡਣਾ ਨਹੀਂ ਭੁੱਲਦਾ, ਕੰਮ ਕਰਦੇ ਹੱਥ, ਖਾਸ ਤੌਰ 'ਤੇ ਕੰਮ ਕਰਦੇ ਹੱਥ, ਬੜੀ ਸੋਹਣੀ ਨਜ਼ਮ ਹੈ। ਤੇ ਇਹਦੇ ਪਿੱਛੇ ਜਿਹੜੇ ਤੁਰਦੇ ਰਹੀਏ ਨਜ਼ਮ ਹੈ ਬੱਲੇ ਬੱਲੇ। ਆਮ ਜੇ ਇਹਨਾਂ ਦੇ ਜਿਹੜੇ ਸਾਡੇ ਉੱਤੇ ਉਹਨਾਂ ਦਾ ਸਰਨਾਮਾ ਹੁੰਦਾ ਉਹ ਤੇ ਬੜਾ ਆਮ ਜਿਹਾ ਹੁੰਦਾ ਹੈ, ਔਰ ਨਜ਼ਮ ਵੀ ਜਦੋਂ ਬੰਦਾ ਪੜ੍ਹਦਾ ਹੈ ਤੇ ਉਹ ਲੱਗਦਾ ਹੈ ਕਿ ਬੜੀ ਆਮ ਜੀ, ਜਿਸ ਤਰ੍ਹਾਂ ਹੁਣ ਬਰਹਮ ਤੇ ਮੈਂ ਤੇ ਕਮਲ ਦੀ ਹੱਦ, ਇਸ ਤਰ੍ਹਾਂ ਦੀ ਜਿਹੜੀ ਨਿੱਕੀਆਂ ਨਿੱਕੀਆਂ ਨਜ਼ਮਾਂ ਨੇ, ਇਹ ਬਜ਼ਾਹਿਰ ਕਮਲੀ ਹੋਣ ਦੀ ਉਮਰ, ਇਹੋ ਜਿਹਾ ਉਹ ਇਸ ਤਰ੍ਹਾਂ ਦੀਆਂ ਸੁੱਚੇ ਹੱਥ ਨਿੱਕੀਆਂ ਨਿੱਕੀਆਂ ਨਜ਼ਮਾਂ, ਦੀਵੇ ਦੀ ਸਿਫਤ ਵਿੱਚ ਤੇ ਆਕਾਸ਼ ਵਖਰੇਵਨ ਨਹੀਂ ਕਰਦਾ, ਇੰਝ ਦੀਆਂ ਨਜ਼ਮਾਂ ਪੜ੍ਹ ਕੇ ਤੇ ਬੰਦੇ ਨੂੰ ਮਹਿਸੂਸ ਹੁੰਦਾ ਹੈ ਜਿਵੇਂ ਇੱਕ ਨਜ਼ਮ ਮੈਨੂੰ ਬੜੀ ਚੰਗੀ ਲੱਗਦੀ ਔਰ ਬਹੁਤ ਹੀ ਸੋਹਣੀ ਆ, ਤੁਸੀਂ ਸੁਣੋ ਨਜ਼ਮ ਕਿ ਮੈਲੀ ਐਨਕ। ਉਹਨੇ ਮੇਰੇ ਵੱਲ ਵੇਖਿਆ, ਮੈਲੀ ਐਨਕ ਲਾਈ, ਚੁੰਨੀ ਨਾਲ ਸਾਫ਼ ਕਰਕੇ ਮੇਰੀਆਂ ਅੱਖਾਂ ਤੇ ਲਾ ਦਿੱਤੀ। ਇਹ ਕਵਿਤਾ ਜਾਂ ਨਜ਼ਮ ਜਿਹੜੀ ਅਗਰ ਵੇਖਿਆ ਜਾਏ ਤਾਂ ਬਹੁਤ ਹੀ ਆਮ ਜੀ ਔਰ ਛੋਟੀ ਜੀ, ਮਗਰ ਇਹਦੇ ਵਿੱਚ ਜਿਹੜਾ ਖਿਆਲ ਪੇਸ਼ ਕੀਤਾ ਗਿਆ ਬੰਦੇ ਦੀ ਸੋਚ ਦਾ, ਬੰਦੇ ਦੇ ਅੰਦਰ ਦੀ ਹਾਲਤ ਦਾ, ਉਹਨੂੰ ਇਤਨੇ ਸੋਹਣੇ ਢੰਗ ਨਾਲ ਬਿਆਨ ਕੀਤਾ ਗਿਆ ਕਿ ਬੰਦਾ ਕੀ ਵੇਖਦਾ ਹੈ ਜਾਂ ਉਹਦੇ ਅੰਦਰ ਕੀ ਹੁੰਦਾ ਹੈ ਜਾਂ ਕਿਸ ਤਰ੍ਹਾਂ ਮਹਿਸੂਸ ਕਰਦਾ ਹੈ, ਤੇ ਉਹਦੀ ਸੋਚ, ਉਹਦਾ ਅਹਿਸਾਸ, ਉਹਦੇ ਸੋਚਣ ਦਾ ਢੰਗ ਕਿਵੇਂ ਬਦਲ ਜਾਂਦਾ ਜਾਂ ਕਿਵੇਂ ਬਦਲਿਆ ਜਾ ਸਕਦਾ ਹੈ। ਦੂਜੀ ਗੱਲ ਇਹਦੇ ਵਿੱਚ ਇਹ ਵੀ ਜ਼ਾਹਿਰ ਹੁੰਦੀ ਹੈ ਕਿ ਜਦੋਂ ਅਸੀਂ ਆਪਣਾ ਆਪਾ ਆਪਣੇ ਖੁਦ ਨਾਲ ਨਹੀਂ ਵੇਖਦੇ, ਆਪਣੇ ਆਪ ਦੇ ਸ਼ੀਸ਼ੇ 'ਚ ਨਹੀਂ ਵੇਖਦੇ, ਲੋਕਾਂ ਦੇ ਸ਼ੀਸ਼ੇ 'ਚ ਵੇਖਦੇ ਆ ਜਾਂ ਦੂਸਰੇ ਸਾਨੂੰ ਵਿਖਾਉਂਦੇ ਨੇ, ਉਹਦੇ ਵਿੱਚ ਤੇ ਇਹਦੇ ਵਿੱਚ ਬੜਾ ਫਰਕ ਹੁੰਦਾ। ਜੇ ਬੰਦਾ ਆਪਣਾ ਆਪਾ ਉਂਝ ਹੀ ਵੇਖ ਲੈ ਜਿਵੇਂ ਕਿ ਦੂਜੇ ਲੋਕ ਵੇਖਦੇ ਨੇ ਤੇ ਫਿਰ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਂਦਾ ਹੈ ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਖਰਾਬੀ ਦਾ ਬਾਇਸ ਬਣਦੀਆਂ ਨੇ ਉਹ ਵੀ ਖ਼ਤਮ ਹੋ ਸਕਦੀਆਂ। ਬਹਰਹਾਲ ਇਹ ਕਿਤਾਬ ਨੌਤੇਜ ਭਾਰਤੀ ਹੋਰਾਂ ਦੀ ਮਿੱਟੀ ਕਿਤਾਬ ਜਿਹੜੀ ਤੁਸੀਂ ਦੀਪ ਸਈਦਾ ਤੋਂ ਵੀ ਲੈ ਸਕਦੇ ਹੋ ਤੇ ਸੁਲੇਖ ਤੋਂ ਵੀ ਲੈ ਸਕਦੇ ਹੋ। ਸੁਲੇਖ ਵਾਲੇ ਅਮੀਨ ਸਾਹਿਬ, ਹਫੀਜ਼ ਸਾਹਿਬ ਸਾਡੇ ਬੜੇ ਅੱਛੇ ਦੋਸਤ ਨੇ, ਉਹਨਾਂ ਕੋਲੋਂ ਵੀ ਲੈ ਸਕਦੇ ਹੋ। ਔਰ ਇਹ ਬੜੀ ਸੋਹਣੀ ਕਿਤਾਬ ਛਪੀ ਹੈ, ਬੜੀ ਸਾਦੀ ਔਰ ਬਹੁਤ ਸੋਹਣੀ। ਇਹਦਾ ਮੁੱਖ ਪੰਨਾ ਸਈਦ ਇਬਰਾਹੀਮ ਸਾਹਿਬ ਹੋਰਾਂ ਬਣਾਇਆ ਤੇ ਮੁੱਲ 1000 ਰੁਪਏ, ਜਿਹਦੇ ਵਿੱਚ ਤੁਹਾਨੂੰ ਡਿਸਕਾਊਂਟ ਵੀ ਮਿਲ ਜਾਏਗਾ। ਜਿੰਨਾ ਮਿਲਿਆ ਤਾਂ ਮੈਨੂੰ ਦੱਸੋ, ਮੈਂ ਗੱਲ ਕਰਾਂਗਾ। ਤੇ ਇਹਦੇ ਨਾਲ ਨਾਲ ਇਹਦੀ ਜਿਹੜੀ ਮੇਨ ਚੀਜ਼ ਹੈ ਕਿ ਇਸ ਨੂੰ ਇਹਦੇ ਉੱਤੇ ਜਿਹੜਾ ਤਬਸਰਾ ਜਾਂ ਇਹਨੂੰ ਜਿਹੜਾ ਸੰਵਾਰਿਆ, ਉਹਦੇ ਵਿੱਚ ਸਾਡੇ ਸੋਹਣੇ ਸ਼ਾਇਰ ਅਫਜ਼ਲ ਸਾਹਿਰ ਦਾ ਵੀ ਬਹੁਤ ਵੱਡਾ ਹੱਥ ਹੈ। ਬਲਕਿ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਸਾਰੀਆਂ ਉਹਨੇ ਹੀ ਸਿਲੈਕਟ ਕਰਕੇ ਦਿੱਤੀਆਂ ਤੇ ਪਾਕਿਸਤਾਨ ਦੇ ਵਿੱਚ ਔਰ ਮੇਰੇ ਖਿਆਲ 'ਚ ਬਾਹਰ ਦੇ ਵਿੱਚ ਵੀ ਸਿਲੈਕਸ਼ਨ, ਮੈਨੂੰ ਪਤਾ ਨਹੀਂ ਕਿ ਉੱਥੇ ਹਿੰਦੁਸਤਾਨ ਦੇ ਵਿੱਚ ਹਲੇ ਛਪੀ ਕਿ ਨਹੀਂ, ਮਗਰ ਇਹ ਸੋਹਣੀ ਕਿਤਾਬ ਨੌਤੇਜ ਭਾਰਤੀ ਹੋਰਾਂ ਦੀ ਸਾਡੇ ਵੱਲ ਛਪੀ ਹੈ।